ਜਿਹੜੀ ਇਨਕੁਆਇਰੀ ਹੈ ਇਹ ਕਿਹੜੀ ਹੈ ਤੇ ਇਸ ਤੋਂ ਪਹਿਲਾਂ ਕਿਹੜੀ ਇਨਕੁਆਇਰੀ ਹੋ ਚੁੱਕੀਆਂ ਤੇ ਕਿਹੜੇ ਲੋਕ ਇਹ 'ਚ ਦੋਸ਼ੀ ਪਾਏ ਗਏ? ਜਿੰਨੇ ਪੁਲਿਸ ਅਧਿਕਾਰੀ ਉੱਥੇ ਇਨਵੋਲਵ ਸੀ, ਕਾਰਪੋਰੇਸ਼ਨ ਦੇ ਅਧਿਕਾਰੀ ਤੇ ਰੇਲਵੇ ਦੇ ਤੇ ਪਲੱਸ ਜਿੰਨੇ ਆਰਗੇਨਾਈਜ਼ਰ ਸੀ ਉਹਨਾਂ ਸਾਰਿਆਂ ਨੂੰ ਦੋਸ਼ੀ ਪਾਇਆ ਸੀ ਤੇ ਉਹਨਾਂ ਨੇ ਪੰਜਾਬ ਗੌਰਮੈਂਟ ਨੂੰ ਇਨਕੁਆਇਰੀ ਆਪਣੀ ਰਿਪੋਰਟ ਭੇਜੀ ਸੀ ਵੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪੋਲੀਟੀਕਲ ਪ੍ਰੈਸ਼ਰ ਕਰਕੇ ਗੌਰਮੈਂਟ ਨੇ ਉਹ 1 ਸਾਲ ਜਿਹੜੀ ਰਿਪੋਰਟ ਹੈ ਨਾ ਤੇ ਕੋਈ ਕਾਰਵਾਈ ਕੀਤੀ, ਨਾ ਉਹ ਰਿਪੋਰਟ ਜਨਤਕ ਕੀਤੀ। ਉਸ ਰਿਪੋਰਟ ਨੂੰ ਨਾ ਤਾਂ ਜਨਤਕ ਕੀਤਾ ਗਿਆ, ਨਾ ਹੀ ਦੋਸ਼ੀਆਂ ਤੇ ਕਾਰਵਾਈ ਹੋਈ। ਉਸ ਤੋਂ ਪਹਿਲਾਂ ਪੁਲਿਸ ਜਾਂਚ ਵੀ ਹੋ ਚੁੱਕੀ ਸੀ ਵੀ ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋ ਗਈ। ਜਿਹੜੇ ਆਰਗੇਨਾਈਜ਼ਰ ਜਿਹੜੇ ਮੁੱਖ ਦੋਸ਼ੀ ਸੀ ਤੇ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਵੀ ਨਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਨਾ ਉਹਨਾਂ ਜ਼ਮਾਨਤ ਕਰਾਈ। ਹੈਰਾਨੀ ਦੀ ਗੱਲ ਹੈ ਵੀ ਬਾਕੀ ਸਾਰੇ ਦੋਸ਼ੀ ਹੋ ਗਏ ਪਰ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਹੜੇ ਆਰਗੇਨਾਈਜ਼ਰ ਸੀ, ਪੋਲੀਟੀਕਲ ਪਾਰਟੀਆਂ ਨਾਲ ਸੰਬੰਧਿਤ ਸੀ, ਪ੍ਰੈਸ਼ਰ ਪਾਉਂਦੇ ਉਹਨਾਂ 'ਤੇ ਵੀ ਤੁਸੀਂ ਜਿਹੜਾ ਅਸੀਂ ਤੁਹਾਨੂੰ ਨੌਕਰੀਆਂ ਦਿਵਾਉਂਦੇ ਆ ਤੇ ਜੇ ਤੁਸੀਂ ਹਾਈ ਕੋਰਟ ਜਾਂ ਕਿਤੇ ਵੀ ਗਏ ਕੋਈ ਪਟੀਸ਼ਨ ਪਾਈ ਤੇ ਫਿਰ ਤੁਸੀਂ ਕੋਰਟ ਨੇ ਤੁਹਾਨੂੰ ਕੁਝ ਨਹੀਂ ਦੇਣਾ। ਸੱਤਾਧਾਰੀ ਪਾਰਟੀਆਂ ਸੰਬੰਧਿਤ ਇਸ ਕਰਕੇ ਕਾਰਵਾਈ ਨਹੀਂ ਹੋ ਰਹੀ। ਫਿਰ ਕਿਤੇ ਲਾਲਚ ਹੈ ਪਰਿਵਾਰਾਂ ਨੂੰ, ਜਿਹੜੇ ਵਿਕਟਮ ਫੈਮਲੀਆਂ ਵਾ, ਤੇ ਦੂਜਾ ਜਿਹੜਾ ਪ੍ਰਭਾਵ ਆ ਨਵਜੋਤ ਸਿੰਘ ਸਿੱਧੂ ਹਲਕਾ ਸੀ, ਉਹਨਾਂ ਨੇ ਵੀ ਕੋਈ ਕੋਸ਼ਿਸ਼ ਹਾਲਾਂਕਿ ਉਹਨਾਂ ਵੱਲੋਂ ਕੁਝ ਪਰਿਵਾਰ ਅਡਾਪਟ ਵੀ ਕੀਤੇ ਗਏ ਸਨ। ਉਹਨਾਂ ਨੂੰ ਚੇਤ ਤੁਹਾਨੂੰ ਲੱਗਦਾ ਕਿ ਜਾਂ ਉਹਨਾਂ ਨੂੰ ਇਨਸਾਫ ਲਈ ਕੁਝ ਕੰਮਕਾਜ ਕਰਨਾ ਚਾਹੀਦਾ? ਉਹ ਸਰਕਾਰ ਦਾ ਇੱਕ ਹਿੱਸਾ ਨੇ। ਉਹ ਇਨਕੁਆਇਰੀ ਰਿਪੋਰਟਾਂ 'ਚ ਕਿਤੇ ਵੀ ਨਵਜੋਤ ਸਿੱਧੂ ਦੀ ਵਾਈਫ ਦੇ ਖਿਲਾਫ ਕੋਈ ਐਕਸ਼ਨ ਨਹੀਂ, ਉਹਨਾਂ ਨੇ ਇਹਨੂੰ ਦੋਸ਼ੀ ਨਹੀਂ ਪਾਇਆ। ਤੇ ਇਹਨਾਂ ਨੂੰ ਚਾਹੀਦਾ ਵਾ ਵੀ ਪਰਿਵਾਰਾਂ ਦੇ ਨਾਲ ਖੜਨ, ਉਹਨਾਂ ਨੂੰ ਨੌਕਰੀਆਂ ਦਿਵਾਉਣ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿਵਾਉਣ। ਤੁਹਾਨੂੰ ਲੱਗਦਾ ਇਹਦਾ ਕਾਰਨ ਕੀ ਹੈ ਕਿ ਜਿਹੜੀ ਨਵਜੋਤ ਸਿੰਘ ਸਿੱਧੂ ਤੇ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਉਹ ਤੁਹਾਨੂੰ ਜਗ ਜ਼ਾਹਿਰ ਹੈ ਜਿਹੜੇ ਮਤਭੇਦ ਉਹਦੇ ਕਰਕੇ ਕਿਉਂਕਿ ਉਸ ਹਲਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਹਲਕੇ ਨਾਲ ਇਹ ਪੀੜਤ ਹਾਦਸਾ ਸੀ ਜਿਹੜਾ, ਉਸ ਕਰਕੇ ਕਿ ਉਹਨਾਂ ਜਿਹੜੇ ਮਤਭੇਦ ਨੇ ਇਸ ਕਰਕੇ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਉਹਨਾਂ ਨੂੰ। 2018 ਦੇ ਦੁਸਹਿਰੇ ਵਾਲੇ ਦਿਨ ਇੱਕ ਬੜਾ ਹੀ ਦੁਖਦਾਈ ਰੇਲ ਹਾਦਸਾ ਅੰਮ੍ਰਿਤਸਰ ਦੇ ਵਿੱਚ ਜੋੜਾ ਫਾਟਕ ਵਿਖੇ ਹੋਇਆ ਸੀ, ਜਿਸ ਦੇ ਵਿੱਚ 58 ਲੋਕਾਂ ਦੀ ਮੌਤ ਹੋ ਗਈ ਸੀ, 100 ਤੋਂ ਵੱਧ ਜ਼ਖਮੀ ਹੋਏ ਸਨ। ਹਾਲਾਂਕਿ ਇਸ ਦੇ ਦੌਰਾਨ ਕਾਫੀ ਜੋ ਕਹਿ ਲਈ ਇਨਕੁਆਇਰੀ ਚੱਲਦੀ ਰਹੀ, ਜੁਡੀਸ਼ੀਅਲ ਇਨਕੁਆਇਰੀ ਚੱਲਦੀ ਰਹੀ, ਪੁਲਿਸ ਦੀ ਇਨਕੁਆਇਰੀ ਹੋਈ। ਉਸ ਤੋਂ ਬਾਅਦ ਹੁਣ ਜੋ ਡਿਪਾਰਟਮੈਂਟਲ ਇਨਕੁਆਇਰੀ ਹੋਈ ਹੈ ਉਹਦੇ ਵਿੱਚ ਕਾਰਪੋਰੇਸ਼ਨ ਦੇ ਕੁਝ ਅਧਿਕਾਰੀ ਦੋਸ਼ੀ ਪਾਏ ਗਏ ਹਨ। ਸਾਡੇ ਨਾਲ ਮੌਜੂਦ ਹਨ ਸਰਬਜੀਤ ਸਿੰਘ ਵਿਰਕਾ ਐਡਵੋਕੇਟ, ਜਿਨ੍ਹਾਂ ਵੱਲੋਂ ਇਸ ਕੇਸ ਦੀ ਪੈਰਵੀ ਕੀਤੀ ਜਾ ਰਹੀ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੇ ਜੋ ਕੋਸ਼ਿਸ਼ਾਂ ਸਦਕਾ ਜੋ ਲੋਕੀ ਦੋਸ਼ੀ ਪਾਏ ਗਏ ਹਨ। ਵਿਰਕਾ ਜੀ, ਪਹਿਲਾਂ ਇਹ ਤਾਂ ਦੱਸੋ ਕਿ ਹੁਣ ਜਿਹੜੀ ਇਨਕੁਆਇਰੀ ਹੈ ਇਹ ਕਿਹੜੀ ਹੈ ਤੇ ਇਸ ਤੋਂ ਪਹਿਲਾਂ ਕਿਹੜੀਆਂ ਇਨਕੁਆਇਰੀ ਹੋ ਚੁੱਕੀਆਂ ਤੇ ਕਿਹੜੇ ਲੋਕ ਇਹ 'ਚ ਦੋਸ਼ੀ ਪਾਏ ਗਏ? ਦੇਖੋ, 19 ਅਕਤੂਬਰ 2018 ਦਾ ਇੰਸੀਡੈਂਟ ਸੀ ਜਿਸ 'ਚ ਰੇਲਵੇ ਲਾਈਨ 'ਤੇ ਜਿਹੜਾ ਦੁਸਹਿਰਾ ਵੇਖ ਰਹੇ ਜਿਹੜੇ ਆ ਰਾਵਣ ਦੇ ਅੱਗ ਲੱਗਣ ਤੋਂ ਬਾਅਦ 'ਚ ਜਿਹੜਾ ਵਾ 58 ਲੋਕ ਦੀ ਮੌਤ ਹੋ ਗਈ, 100 ਤੋਂ ਉੱਪਰ ਜਿਹੜਾ ਜ਼ਖਮੀ ਹੋ ਗਏ ਸੀ। ਉਹ ਕੇਸ 'ਚ ਅਗਲੇ ਦਿਨ ਜਿਹੜਾ 20 ਅਕਤੂਬਰ 2018 ਨੂੰ ਪੰਜਾਬ ਗੌਰਮੈਂਟ ਨੇ ਇੱਕ ਇਨਕੁਆਇਰੀ ਜਿਹੜੀ ਬੀ ਪ੍ਰੋਸਾਰਥ ਜਿਹੜੇ ਡਿਵੀਜ਼ਨਲ ਕਮਿਸ਼ਨਰ ਜਲੰਧਰ ਸੀ ਉਹਨਾਂ ਨੂੰ ਇੱਕ ਜੁਡੀਸ਼ੀਅਲ ਇਨਕੁਆਇਰੀ ਮਾਰਕ ਕਰਤੀ ਸੀ। ਅਤੇ ਉਹ ਇਨਕੁਆਇਰੀ ਦੀ ਰਿਪੋਰਟ ਜਿਹੜੀ ਆ 21/11/2018 ਨੂੰ 21 ਨਵੰਬਰ ਨੂੰ ਜਿਹੜੀ ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰਤੀ। ਉਹ ਰਿਪੋਰਟ ਦੇ ਵਿੱਚ ਉਹਨਾਂ ਨੇ ਜਿੰਨੇ ਪੁਲਿਸ ਅਧਿਕਾਰੀ ਉੱਥੇ ਇਨਵੋਲਵ ਸੀ, ਕਾਰਪੋਰੇਸ਼ਨ ਦੇ ਅਧਿਕਾਰੀ ਤੇ ਰੇਲਵੇ ਦੇ ਤੇ ਪਲੱਸ ਜਿੰਨੇ ਆਰਗੇਨਾਈਜ਼ਰ ਸੀ ਉਹਨਾਂ ਸਾਰਿਆਂ ਨੂੰ ਦੋਸ਼ੀ ਪਾਇਆ ਸੀ। ਤੇ ਉਹਨਾਂ ਨੇ ਪੰਜਾਬ ਗੌਰਮੈਂਟ ਨੂੰ ਇਨਕੁਆਇਰੀ ਆਪਣੀ ਰਿਪੋਰਟ ਭੇਜੀ ਸੀ ਵੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਰ ਕਿਸੇ ਤਰ੍ਹਾਂ ਜਿਹੜਾ ਪ੍ਰੈਸ਼ਰ ਕਰਕੇ, ਪੋਲੀਟੀਕਲ ਪ੍ਰੈਸ਼ਰ ਕਰਕੇ ਗੌਰਮੈਂਟ ਨੇ ਉਹ 1 ਸਾਲ ਜਿਹੜੀ ਰਿਪੋਰਟ ਹੈ ਨਾ ਤੇ ਕੋਈ ਕਾਰਵਾਈ ਕੀਤੀ, ਨਾ ਉਹ ਰਿਪੋਰਟ ਜਨਤਕ ਕੀਤੀ। ਫਿਰ ਉਹ ਰਿਪੋਰਟ ਕਿਤੇ ਸਾਡੇ ਕੋਲ ਆਈ, ਅਸੀਂ ਫੋਲੋਅਪ ਕਰਦੇ ਹਾਂ, ਸਾਡੇ ਕੋਲ ਆਈ, ਅਸੀਂ ਰਿਪੋਰਟ ਗੌਰਮੈਂਟ ਨੂੰ ਭੇਜ ਕੇ ਓਪਨ ਕਰਤੀ ਵੀ ਤੁਹਾਨੂੰ ਇਹ 'ਤੇ ਕਾਰਵਾਈ ਕਰਨੀ। ਉਸ ਤੋਂ ਬਾਅਦ ਕੁਝ ਐਕਸ਼ਨ ਹੋਇਆ, ਜਿਹੜੇ ਪੁਲਿਸ ਅਫਸਰ ਸੀ ਉਹਨਾਂ ਦੇ ਖਿਲਾਫ ਵੀ ਇਹਨਾਂ ਡਿਪਾਰਟਮੈਂਟਲ ਇਨਕੁਆਇਰੀ ਕਰਕੇ ਉਹਨਾਂ ਦੀ ਸਰਵਿਸ 'ਚ ਕਟੌਤੀ ਕੀਤੀ। ਤੇ ਹੁਣ ਇਹਨਾਂ ਨੇ ਜਿਹੜਾ ਕਾਰਪੋਰੇਸ਼ਨ ਦੇ ਹੀ ਇਹਨਾਂ ਆਪਣੇ ਅਧਿਕਾਰੀਆਂ ਲਈ ਇੱਕ ਰਿਟਾਇਰ ਜੱਜ ਅਮਰਜੀਤ ਸਿੰਘ ਕਟਾਰੀ ਜਿਹੜੇ ਆ ਸੈਸ਼ਨ ਜੱਜ ਰਿਟਾਇਰ ਆ, ਤੇ ਉਹਨਾਂ ਨੂੰ ਇੱਕ ਇਹਨਾਂ ਦੇ ਡਿਪਾਰਟਮੈਂਟ ਇਨਕੁਆਇਰੀ ਇਹਨਾਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਸੀ। ਉਹਦੇ ਵਿੱਚ ਜਿਹੜੀ ਰਿਪੋਰਟ ਆ ਗਈ ਪੰਜਾਬ ਗੌਰਮੈਂਟ ਨੂੰ, ਉਹਨਾਂ ਰਿਪੋਰਟ ਸਬਮਿਟ ਕਰਤੀ। ਉਹਦੇ ਵਿੱਚ ਉਹਨਾਂ ਸ਼ਸ਼ਾਂਤ ਭਾਟੀਆ, ਸਕੱਤਰ ਕਸ਼ਮੀਰ ਸਿੰਘ ADFO, ਪੁਸ਼ਪਿੰਦਰ ਸਿੰਘ ਸੁਪਰਡੈਂਟ, ਗਰੀਸ਼ ਕੁਮਾਰ ਸੁਪਰਡੈਂਟ ਤੇ ਕੇਵਲ ਕਿਸ਼ਨ ਜਿਹੜੇ ਆ ਇੰਸਪੈਕਟਰ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਦੋਸ਼ੀ ਪਾ ਦਿੱਤਾ ਤੇ ਇਹਨਾਂ ਦੇ ਖਿਲਾਫ ਸਖਤ ਸਜ਼ਾ ਦੀ ਜਿਹੜੀ ਆ ਉਹ ਮੰਗ ਕੀਤੀ, ਸਿਫਾਰਿਸ਼ ਕੀਤੀ ਹੈ ਵੀ ਉਹਨਾਂ ਨੇ ਇਹਨਾਂ ਨੂੰ ਡਿਕਟ ਕਰਤਾ ਵਾ। ਇੱਕ ਇਹ ਰਿਪੋਰਟ 'ਚ ਜਿਹੜਾ ਇੱਕ ਵੱਖਰਾ ਹੋਰ ਪੱਖ ਆਇਆ ਵੀ ਜਿਹੜੇ ਉਸ ਟਾਈਮ 'ਤੇ ਕਮਿਸ਼ਨਰ ਕਾਰਪੋਰੇਸ਼ਨ ਸੀ ਉਹਨਾਂ ਦੇ PA ਅਨਿਲ ਅਰੋੜਾ, ਉਹਨਾਂ ਦੀ ਭੂਮਿਕਾ ਵੀ ਉਹਨਾਂ ਨੇ ਇਨਕੁਆਇਰੀ ਰਿਪੋਰਟ 'ਚ ਜਿਹੜੀ ਇਹਨਾਂ ਨੇ ਰਿਟਾਇਰ ਜੱਜ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਪਾਈ ਹੈ। ਅਤੇ ਉਹਦੇ ਬਾਰੇ ਇਹ ਵੇਖਣਾ ਪਊਗਾ ਵੀ ਇਹ ਕੀ ਕਾਰਵਾਈ ਉਹਦੇ 'ਤੇ ਕਰਦੇ ਆ। ਲੱਗਦਾ ਕਿ ਪੋਲੀਟੀਕਲ ਪ੍ਰੈਸ਼ਰ ਹੈ ਕਿ ਜਿਹੜਾ 1 ਸਾਲ ਜਿਹੜੀ ਜੁਡੀਸ਼ੀਅਲ ਜਿਹੜੀ ਬੀ ਪੁਸ਼ਪਾਰਥ ਜਿਸ ਜਾਂਚ ਟੀਮ ਦੇ ਹਿੱਸਾ ਸਨ ਜਾਂ ਮੁਖੀ ਸਨ, ਉਸ ਰਿਪੋਰਟ ਨੂੰ ਨਾ ਤਾਂ ਜਨਤਕ ਕੀਤਾ ਗਿਆ, ਨਾ ਹੀ ਦੋਸ਼ੀਆਂ 'ਤੇ ਕਾਰਵਾਈ ਹੋਈ। ਉਸ ਤੋਂ ਪਹਿਲਾਂ ਪੁਲਿਸ ਜਾਂਚ ਵੀ ਹੋ ਚੁੱਕੀ ਸੀ। ਵੇਖੋ, ਆਪਾਂ ਇਹ ਦੇਖਣ ਦੇ ਵੀ ਰੇਲਵੇ ਦੇ ਕੁਝ ਅਧਿਕਾਰੀਆਂ ਦੇ ਖਿਲਾਫ ਵੀ ਜਿਹੜੀ ਆ ਕਾਰਵਾਈ ਹੋ ਗਈ, ਫਿਰ ਪੁਲਿਸ ਨੇ ਆਪਣੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਤੀ, ਕਾਰਪੋਰੇਸ਼ਨ ਨੇ ਆਪਣੇ 'ਤੇ ਕਰਤੀ, ਇਹ ਸਜ਼ਾ ਵੀ ਆ ਜਾਣਗੀਆਂ। ਅਤੇ ਆਪਾਂ ਇਹਦੇ ਤੋਂ ਅੰਦਾਜ਼ਾ ਲਾ ਲਈਏ ਵੀ ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋ ਗਈ। ਅਤੇ ਜਿਹੜੇ ਆਰਗੇਨਾਈਜ਼ਰ ਜਿਹੜੇ ਮੁੱਖ ਦੋਸ਼ੀ ਸੀ ਵੀ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਵੀ ਨਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਨਾ ਉਹਨਾਂ ਜ਼ਮਾਨਤ ਕਰਾਈ ਤੇ ਨਾ ਹੀ ਉਹਨਾਂ ਦੇ ਖਿਲਾਫ ਕੋਈ ਚਾਰਜਸ਼ੀਟ ਆਈ ਕ੍ਰਿਮੀਨਲ ਕੇਸ 'ਚ। ਜਦੋਂ ਕਿ ਪਹਿਲੇ ਦਿਨ ਹੀ 19/10/2018 ਨੂੰ GRP ਨੇ ਕੇਸ ਦਰਜ ਕਰ ਲਿਆ ਸੀ। ਹੁਣ ਹੈਰਾਨੀ ਦੀ ਗੱਲ ਹੈ ਵੀ ਬਾਕੀ ਸਾਰੇ ਦੋਸ਼ੀ ਹੋ ਗਏ ਪਰ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਹੜੇ ਆਰਗੇਨਾਈਜ਼ਰ ਸੀ, ਪੋਲੀਟੀਕਲ ਪਾਰਟੀਆਂ ਨਾਲ ਸੰਬੰਧਿਤ ਸੀ, ਉਹ ਕਿਤੇ ਨਾ ਕਿਤੇ ਜਿਹੜੇ ਵੱਜਦੇ ਰਹੇ ਆਪਣੇ ਪ੍ਰੈਸ਼ਰ ਕਰਕੇ। ਔਰ ਦੂਸਰਾ ਜਿਹੜਾ ਪਰਿਵਾਰ ਸੀ ਉਹਨਾਂ ਨੂੰ ਇੱਕ ਲਾਲਚ ਦਿੱਤਾ ਗਿਆ ਵੀ ਤੁਹਾਨੂੰ ਨੌਕਰੀਆਂ ਜਿਹੜੀਆਂ ਅਸੀਂ ਦੇ ਰਹੇ ਹਾਂ, ਇੱਕ ਫਾਰਮ ਭਰਾ ਲਏ ਆ, ਅਤੇ ਉਹ ਪਰਿਵਾਰ ਹੀ ਸਾਨੂੰ ਇੱਕ
ਕਿਤੇ ਪ੍ਰੈਸ਼ਰ ਹੁੰਦਾ ਵੀ ਤੁਹਾਨੂੰ ਦੋਸ਼ੀਆਂ ਵੱਲੋਂ ਪ੍ਰੈਸ਼ਰ, ਉਹਨੂੰ ਤੁਸੀਂ ਛੱਡ ਦਿਓ। ਇੱਥੇ ਤਾਂ ਪਰਿਵਾਰ ਕਹਿੰਦੇ ਵੀ ਤੁਸੀਂ ਕਿਸੇ ਅਦਾਲਤ 'ਚ ਕੇਸ ਨਾ ਪਾਇਓ, ਨਹੀਂ ਤਾਂ ਉਹਦੇ ਨਾਲ ਸਾਡੀ ਨੌਕਰੀਆਂ ਜਿਹੜੀ ਆ, ਸਾਨੂੰ ਨੌਕਰੀ ਮਿਲਣੀ ਆ, ਉਹ ਨੌਕਰੀ ਸਾਡੀ ਰਹਿ ਜੂਗੀ, ਉਹਨਾਂ ਨੇ ਸਾਨੂੰ ਨੌਕਰੀ ਨਹੀਂ ਬਾਅਦ 'ਚ ਦੇਣੀ। ਗਰੀਬ ਪਰਿਵਾਰ ਆ ਸਾਰੇ, ਪਰ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਦੋਸ਼ੀ ਆ, ਉਹ ਮੇਨ ਦੋਸ਼ੀ ਜਿਹੜੇ ਉਹ ਬਾਹਰ ਤੁਰੇ ਫਿਰਦੇ। ਇਹੀ ਤਾਂ ਨਹੀਂ ਕਾਰਨ ਕਿ ਜੋ ਪੀੜਿਤ ਹਨ ਉਹ ਕਾਰਵਾਈ ਨਾ ਕਰਵਾਉਣ, ਕਿ ਉਹਨਾਂ ਨੂੰ ਨੌਕਰੀ ਦਾ ਜੋ ਝਾਂਸਾ ਦਿੱਤਾ ਗਿਆ ਸਰਕਾਰ ਵੱਲੋਂ ਕਿ ਜੇ ਉਹ ਤੁਸੀਂ ਕਾਰਵਾਈ ਕਰਦੇ ਹੋ ਤਾਂ ਤੁਹਾਨੂੰ ਨੌਕਰੀ ਨਹੀਂ ਮਿਲੇਗੀ। ਵੇਖੋ ਉਹਨਾਂ ਨੂੰ ਤਾਂ ਇਹੋ ਹੀ ਕਹਿ ਰਹੇ ਵੀ ਤੁਸੀਂ ਮਤਲਬ ਪ੍ਰੈਸ਼ਰ ਪਾਉਂਦੇ ਉਹਨਾਂ 'ਤੇ ਵੀ ਤੁਸੀਂ ਜਿਹੜਾ ਵਾ ਅਸੀਂ ਤੁਹਾਨੂੰ ਨੌਕਰੀਆਂ ਦਿਵਾਉਂਦੇ ਹਾਂ, ਅਤੇ ਜੇ ਤੁਸੀਂ ਹਾਈ ਕੋਰਟ ਜਾਂ ਕਿਤੇ ਵੀ ਕੋਈ ਗਏ, ਕੋਈ ਪਟੀਸ਼ਨ ਪਾਈ, ਅਤੇ ਫਿਰ ਤੁਸੀਂ ਕੋਰਟ ਨੇ ਤੁਹਾਨੂੰ ਕੁਝ ਨਹੀਂ ਦੇਣਾ। ਮਤਲਬ ਇਹ ਉਹਨਾਂ ਨੂੰ ਇੱਕ ਲਾਲਚ ਦਿੱਤਾ। ਪਰ ਆਪਾਂ ਕਰੋਨਾ ਕਰਕੇ ਥੋੜ੍ਹਾ ਜਿਹਾ ਜੁਡੀਸ਼ੀਅਲ ਪ੍ਰੋਸੈਸ ਜਿਹੜਾ ਉਹ ਵੀ ਸਲੋ ਆ। ਜੇ ਪਰਿਵਾਰ ਆਪ ਪਟੀਸ਼ਨਰ ਨਹੀਂ ਬਣ ਕੇ ਅਤੇ ਅਸੀਂ ਆਪ ਆਪਣੀ ਔਰਗਨਾਈਜੇਸ਼ਨ ਵੱਲੋਂ ਜਿਹੜਾ ਵਾ ਆਪ ਕੇਸ ਪਾਵਾਂਗੇ, ਅਤੇ ਇਹ ਕੇਸ 'ਚ ਬਿਲਕੁਲ ਇਹਨੂੰ ਕਨਕਲੂਡਿੰਗ ਸਟੇਜ ਤੱਕ ਲੈ ਕੇ ਜਾਵਾਂਗੇ। ਤੁਹਾਨੂੰ ਲੱਗਦਾ ਕਿ ਜਿਹੜੀ ਜਾਂਚ ਹੋਈ ਸੀ ਵੀ ਪੁਸ਼ਪਾਰਥ ਵੱਲੋਂ 1 ਸਾਲ ਤੱਕ ਦੱਬੀ ਗਈ ਜਾਂ ਜਨਤਕ ਕਰਨੀ ਚਾਹੀਦੀ ਸੀ, ਦੱਸਣਾ ਚਾਹੀਦਾ ਸੀ ਕੌਣ ਲੋਕ ਆਖਿਰ 'ਚ ਦੋਸ਼ੀ ਪਾਏ ਗਏ ਹਨ? ਨਹੀਂ, ਬਿਲਕੁਲ ਉਹ ਜਾਂਚ ਜੇ ਸਰਕਾਰ ਨੇ ਇੱਕ ਆਪ ਜੁਡੀਸ਼ੀਅਲ ਇਨਕੁਆਇਰੀ ਮਾਰਕ ਕੀਤੀ, ਅਤੇ ਇਹਨਾਂ ਨੂੰ ਚਾਹੀਦਾ ਜਦੋਂ ਉਹਦੀ ਰਿਪੋਰਟ ਆਉਂਦੀ ਹੈ ਤਾਂ ਉਹਨੂੰ ਜਨਤਕ ਕਰਨ। ਕਿਉਂਕਿ ਇੱਥੇ ਵੱਡਾ ਹਾਦਸਾ ਸੀ ਜਿਹਦੇ 'ਚ ਲੋਕਾਂ ਦੀ ਇਨਵੋਲਵਮੈਂਟ ਸੀ। 58-60 ਜਿਹੜੇ ਬੰਦੇ ਆ ਉਹ ਉਹਨਾਂ ਦੀ ਡੈਥ ਹੋਈ ਸੀ, ਫਿਰ 100 ਤੋਂ ਉੱਪਰ ਜ਼ਖਮੀ ਹੋਏ ਸੀ। ਪੂਰਾ ਦੁਨੀਆ ਜਿਹੜੀ ਉਹ ਇੰਸੀਡੈਂਟ ਨੂੰ, ਈਵਨ ਕਿ ਤੁਹਾਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਉਹਨੇ ਵੀ ਟਵੀਟ ਕੀਤਾ ਸੀ ਵੀ ਉਹਨੂੰ ਬੜਾ ਦੁੱਖ ਹੋਇਆ ਵਾ। ਦੁਨੀਆ ਦੇ ਹਰ ਲੀਡਰ ਨੇ ਉਹ ਗੱਲ 'ਤੇ ਕੀਤਾ ਸੀ। ਤੁਸੀਂ ਪ੍ਰਾਈਮ ਮਿਨਿਸਟਰ ਨੂੰ ਉਹਦੇ 'ਤੇ ਆਪਣੀ ਸਟੇਟਮੈਂਟ ਇਸ਼ੂ ਕਰਨੀ ਪਈ, ਰੇਲਵੇ ਮਿਨਿਸਟਰ ਨੂੰ ਇੱਥੇ ਆਉਣਾ ਪਿਆ ਅੰਮ੍ਰਿਤਸਰ 'ਚ, ਚੀਫ ਮਿਨਿਸਟਰ ਜਿਹੜਾ ਇੱਥੇ ਅੰਮ੍ਰਿਤਸਰ 'ਚ ਬੈਠਾ ਵੀ ਕਿੱਡਾ ਵੱਡਾ ਹਾਦਸਾ ਸੀ। ਪਰ ਉਹਦੇ ਬਾਵਜੂਦ ਜਿਹੜਾ ਵਾ ਵੀ ਇਹਦੇ 'ਤੇ ਬਾਅਦ 'ਚ ਜਿਹੜਾ ਕ੍ਰਿਮੀਨਲ ਐਕਸ਼ਨ ਆ, ਇਹ ਜਿਹੜਾ ਇਹ ਗੌਰਮੈਂਟ ਨੂੰ ਚਾਹੀਦਾ ਵੀ ਉਹ ਇਨਕੁਆਇਰੀ 'ਤੇ ਇਮੀਡੀਏਟ ਹੀ 1 ਮਹੀਨੇ ਬਾਅਦ ਇਹਨਾਂ ਕੋਲ ਰਿਪੋਰਟ ਆ ਗਈ ਹੈ ਅਤੇ ਇਮੀਡੀਏਟ ਹੀ ਉਹਦੇ 'ਤੇ ਐਕਸ਼ਨ ਕਰਦੇ, ਚੁੱਕ ਕੇ ਸਾਰਿਆਂ ਨੂੰ ਅੰਦਰ ਕਰਦੇ ਜਿਹਦੀ ਇਨਵੋਲਵਮੈਂਟ ਸੀ। ਪਰ ਉਹ ਹੋ ਨਹੀਂ ਸਕਿਆ। ਜਿਹੜੇ ਆਰਗੇਨਾਈਜ਼ਰ ਹੈ, ਇਹਦਾ ਮਤਲਬ ਜਿਹੜੇ ਸੱਤਾਧਾਰੀ ਪਾਰਟੀਆਂ ਸੰਬੰਧਿਤ ਨੇ, ਇਸ ਕਰਕੇ ਕਾਰਵਾਈ ਨਹੀਂ ਹੋ ਰਹੀ। ਫਿਰ ਵੇਖੋ ਕਈ ਕਾਰਨ ਹੈ। ਇੱਕ ਤਾਂ ਲਾਲਚ ਹੈ ਪਰਿਵਾਰਾਂ ਨੂੰ, ਜਿਹੜੇ ਵਿਕਟਮ ਫੈਮਲੀਆਂ ਵਾ, ਅਤੇ ਦੂਜਾ ਜਿਹੜਾ ਪ੍ਰਭਾਵ ਆ, ਜਿਹੜਾ ਦੋਸ਼ੀਆਂ ਦਾ ਪ੍ਰਭਾਵ ਹੈ ਪੋਲੀਟੀਕਲ ਸਰਕਲ 'ਚ, ਇੱਕ ਉਹ ਆ। 2 ਚੀਜ਼ਾਂ ਵਾ ਜਿਹੜੀਆਂ ਸਾਨੂੰ ਸਮਝ ਪੈਂਦੀ ਹੈ। ਤੁਹਾਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਦਾ ਹਲਕਾ ਸੀ, ਉਹਨਾਂ ਨੇ ਵੀ ਕੋਈ ਕੋਸ਼ਿਸ਼ ਹਾਲਾਂਕਿ ਉਹਨਾਂ ਵੱਲੋਂ ਕੁਝ ਪਰਿਵਾਰ ਅਡਾਪਟ ਵੀ ਕੀਤੇ ਗਏ ਸਨ। ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਜਾਂ ਉਹਨਾਂ ਨੂੰ ਇਨਸਾਫ ਲਈ ਕੁਛ ਕੰਮਕਾਜ ਕਰਨਾ ਚਾਹੀਦਾ, ਉਹ ਸਰਕਾਰ ਦਾ ਇੱਕ ਹਿੱਸਾ ਨੇ ਉਹ? ਨਹੀਂ, ਬਿਲਕੁਲ। ਨਵਜੋਤ ਸਿੱਧੂ ਦੀ ਵਾਈਫ ਉੱਥੇ ਪ੍ਰੋਗਰਾਮ 'ਤੇ ਉੱਥੇ ਗਏ ਸੀ। ਇਹਨਾਂ ਨੂੰ ਤਾਂ ਆਪ ਸਗੋਂ ਇਹ ਜਿਹੜਾ ਪਰਿਵਾਰਾਂ ਨੂੰ ਇਨਸਾਫ ਲਈ ਆਪ ਜੇ ਨੌਕਰੀਆਂ ਵੀ ਆ, ਅਤੇ ਇਹਨਾਂ ਨੂੰ ਬਜਾਏ ਦੋਸ਼ੀ ਇਹਨਾਂ ਨੂੰ ਕੰਟੈਕਟ ਕਰਨ ਦੇ ਆ। ਹੁਣ ਇਨਕੁਆਇਰੀ ਰਿਪੋਰਟਾਂ 'ਚ ਕਿਤੇ ਵੀ ਨਵਜੋਤ ਸਿੱਧੂ ਦੀ ਵਾਈਫ ਦੇ ਖਿਲਾਫ ਕੋਈ ਐਕਸ਼ਨ ਨਹੀਂ, ਉਹਨਾਂ ਨੇ ਇਹਨੂੰ ਦੋਸ਼ੀ ਨਹੀਂ ਪਾਇਆ, ਅਤੇ ਇਹ ਵਿਕਟਮ ਫੈਮਲੀਆਂ ਦੀ ਤਾਂ ਬਾਂਹ ਫੜ ਹੀ ਸਕਦੇ। ਫਿਰ ਇਹਨਾਂ ਨੂੰ ਚਾਹੀਦਾ ਵੀ ਆਪ ਨੌਕਰੀਆਂ ਵਾਲਾ ਪ੍ਰੋਸੈਸ ਜਿਹੜਾ ਇਹ ਮੰਤਰੀ ਰਹੇ ਇਸੇ ਮਹਿਕਮੇ ਦੇ, ਫਿਰ ਸਰਕਾਰ 'ਚ ਇਹਨਾਂ ਦੀ ਪੂਰੀ ਚੱਲਦੀ ਹੈ। ਅੱਜ ਵੀ ਭਾਵੇਂ ਸਰਕਾਰ ਤੋਂ ਬਾਹਰ ਆ, ਉਹਦੇ ਬਾਵਜੂਦ ਜਿਹੜਾ ਇਹਨਾਂ ਦਾ ਇੱਕ ਨਾਮ ਆ ਪੰਜਾਬ ਦੀ ਸਿਆਸਤ 'ਚ, ਅਤੇ ਇਹਨਾਂ ਨੂੰ ਚਾਹੀਦਾ ਵਾ ਵੀ ਪਰਿਵਾਰਾਂ ਦੇ ਨਾਲ ਖੜਨ, ਉਹਨਾਂ ਨੂੰ ਨੌਕਰੀਆਂ ਦਿਵਾਉਣ, ਅਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿਵਾਉਣ। ਪਰ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਕਹਿ ਚੁੱਕਿਆ ਕਿ ਮੈਂ ਤੁਹਾਡਾ ਕੇਸ ਅੱਗੇ ਬਣਾ ਕੇ ਭੇਜ ਦਿੱਤਾ, ਬਾਕੀ ਕੰਮ ਸਰਕਾਰ ਨੇ ਕਰਨਾ। ਪਰ ਫਿਰ ਵੀ ਇਹ ਤੱਕ ਨੌਕਰੀਆਂ ਨਹੀਂ ਮਿਲੀਆਂ। ਤੁਹਾਨੂੰ ਲੱਗਦਾ ਇਹਦਾ ਕਾਰਨ ਕੀ ਹੈ ਕਿ ਜਿਹੜੀ ਨਵਜੋਤ ਸਿੰਘ ਸਿੱਧੂ ਅਤੇ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਉਹ ਤੁਹਾਨੂੰ ਜੱਗ ਜ਼ਾਹਿਰ ਹੈ ਜਿਹੜੇ ਮਤਭੇਦ, ਉਹਦੇ ਕਰਕੇ ਨਹੀਂ ਕਿਉਂਕਿ ਉਸ ਹਲਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਹਲਕੇ ਨਾਲ ਇਹ ਪੀੜਤ ਹਾਦਸਾ ਸੀ ਜਿਹੜਾ, ਉਸ ਕਰਕੇ ਨਹੀਂ ਕਹਿੰਦਾ ਜਿਹੜੇ ਮਤਭੇਦ ਨੇ, ਇਸ ਕਰਕੇ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਉਹਨਾਂ ਨੂੰ? ਬਿਲਕੁਲ। ਵੇਖੋ ਜ਼ਿਆਦਾ ਮੈਨੂੰ ਲੱਗਦਾ ਵਾ ਵੀ ਇਹਨਾਂ ਨੇ ਨੌਕਰੀ ਨਾ ਦੇਣ ਦਾ ਕਾਰਨ ਜਿਹੜਾ ਡਿਲੇ ਕਰਨ ਦਾ ਇਹੋ ਹੀ ਆ ਵੀ ਜਿਹੜੇ ਕ੍ਰਿਮੀਨਲ ਪ੍ਰੋਸੀਡਿੰਗ ਆ ਉਹ ਨਾ ਸਟਾਰਟ ਹੋਣ। ਜੇ ਨੌਕਰੀਆਂ ਦੇ ਦਿੰਦੇ ਤਾਂ ਉਹ ਸਾਰਾ ਅਸਰ ਖਤਮ ਹੋ ਜਾਂਦਾ ਦੋਸ਼ੀਆਂ ਦਾ, ਇਸ ਕਰਕੇ ਲੱਗਦਾ। ਦੂਸਰੀ ਗੱਲ ਹੈ ਵੀ ਆਪਾਂ ਇਹਦੇ ਵਿੱਚ ਆਮ ਆਪਾਂ ਵੇਖਦੇ ਕੇਸ ਪ੍ਰਾਈਮ ਮਿਨਿਸਟਰ ਦੇ ਕਿਸੇ ਨੇ ਟਵੀਟ ਕੀਤਾ ਗੱਲ ਤਾਂ ਉਹਦੇ 'ਤੇ ਅਫੇਅਰ ਦਰਜ ਹੋ ਗਈ। ਅਮਰਿੰਦਰ ਦੀ ਵਾਈਫ ਦਾ ਉਹ ਬੈਂਕ ਅਕਾਊਂਟ 'ਚੋਂ ਕਿਸੇ ਨੇ ਟ੍ਰਾਂਜੈਕਸ਼ਨ ਕਰ ਲਈ, ਇਮੀਡੀਏਟ ਅਫੇਅਰ ਦਰਜ ਹੋ ਗਈ। ਇੱਥੇ ਤੁਸੀਂ 58 ਬੰਦੇ ਪਹਿਲੇ ਦਿਨ ਮਾਰਨ ਦੇ ਆ, ਉਹਨਾਂ 'ਚ ਤੁਸੀਂ ਕਿਸੇ ਬੰਦੇ ਨੂੰ ਅਰੈਸਟ ਨਹੀਂ ਕਰਨ ਦੇ। ਇਹ ਤੁਹਾਨੂੰ ਕਾਨੂੰਨ 2 ਨਹੀਂ ਗਏ, ਇੰਡੀਆ 'ਚ ਇੱਕੋ ਕਾਨੂੰਨ ਆ, ਅਤੇ ਕੋਈ ਵੀ ਬੰਦਾ ਦੋਸ਼ੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਥੇ ਐਂ ਲੱਗਦਾ ਵੀ 2 ਕਾਨੂੰਨ ਹੈ, ਇੱਕ ਵੱਡੇ ਲੋਕਾਂ ਲਈ ਵੱਖਰਾ, ਜੇ ਗਰੀਬ ਬੰਦੇ ਮਰ ਕੇ 58-60 ਉਹਨਾਂ ਲਈ ਕੋਈ ਬੰਦਾ ਦੋਸ਼ੀ ਨਹੀਂ ਗਿਆ, ਅਤੇ ਜਿਹੜੇ ਅਮੀਰ ਬੰਦੇ ਆ ਉਹਨਾਂ ਦਾ ਕਿਤੇ ਕੋਈ ਫੇਸਬੁੱਕ 'ਤੇ ਟਵੀਟ ਵੀ ਕਰ ਦਿੰਦਾ ਅਤੇ ਉਹਦੇ ਖਿਲਾਫ ਅਫੇਅਰ ਦਰਜ ਹੋ ਜਾਂਦੀ। ਹੁਣ ਤੁਸੀਂ ਇਹ ਲੜਾਈ ਜਿਹੜੇ ਪੀੜਤ ਪਰਿਵਾਰ ਉਹਨਾਂ ਨਾਲ ਕਦੋਂ ਤੱਕ ਲੜੋਗੇ? ਵੇਖੋ ਅਸੀਂ ਤਾਂ ਕਨਕਲੂਡਿੰਗ ਸਟੇਜ ਜਿਹੜੀ ਬਿਲਕੁਲ ਸਭ ਤੋਂ ਵੱਡਾ ਕੇਸ ਕ੍ਰਿਮੀਨਲ ਕੇਸ ਹੈ, ਇਹਦੇ 'ਚ ਜਿਹੜਾ GRP ਨੇ ਕੇਸ ਦਰਜ ਕੀਤਾ ਵਾ, ਅਤੇ ਅਸੀਂ ਚਾਹੁੰਦੇ ਵੀ ਉਹਦੇ 'ਚ ਜਿਹੜੀਆਂ ਸਾਰਿਆਂ ਦੀ ਅਰੈਸਟ ਹੋਣ, ਉਹਨਾਂ ਦੇ ਖਿਲਾਫ ਚਾਰਜਸ਼ੀਟ ਆਵੇ ਅਤੇ ਅਦਾਲਤ ਜਿਹੜਾ ਫੈਸਲਾ ਕਰੇ, ਅਦਾਲਤ ਉਹਨਾਂ ਨੂੰ ਸਜ਼ਾ ਦੇਵੇ। ਤੁਹਾਨੂੰ ਨੌਕਰੀ ਜਦੋਂ ਤੱਕ ਨਹੀਂ ਮਿਲਦੀ ਪੀੜਤ ਪਰਿਵਾਰ ਨੂੰ, ਤੁਸੀਂ ਇਸ ਪਰਿਵਾਰ ਦੇ ਨਾਲ ਸੰਘਰਸ਼ ਕਰੋਗੇ? ਨਹੀਂ, ਬਿਲਕੁਲ। ਅਸੀਂ ਨੌਕਰੀਆਂ ਵਾਲਾ ਸਾਡਾ ਨਹੀਂ ਪ੍ਰੋਸੈਸ ਹੈਗਾ ਵੀ ਨੌਕਰੀਆਂ ਮਿਲਦੀਆਂ। ਅਸੀਂ ਤਾਂ ਵਿਕਟਮ ਨੂੰ ਇਨਸਾਫ ਦੀ ਗੱਲ ਹੈ। ਅਸੀਂ ਤਾਂ ਕੋਰਟ 'ਚ ਵੀ ਕਹਾਂਗੇ ਵੀ ਇਹਨਾਂ ਨੂੰ ਜੇ ਮੰਨ ਲਓ ਨੈਗਲੀਜੈਂਸ ਆ ਡਿਪਾਰਟਮੈਂਟਸ ਦਾ, ਆਫੀਸ਼ੀਅਲ ਦਾ, ਅਤੇ ਫਿਰ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਗਰੀਬ ਬੰਦੇ ਆ, ਅਤੇ ਜਿਹੜੀ ਸਜ਼ਾ ਉਹ ਵੀ ਮਿਲਣੀ ਚਾਹੀਦੀ ਹੈ। ਜੇ ਆਪਾਂ ਇਹ ਸੋਚੀਏ ਵੀ ਇਹਨਾਂ ਨੂੰ ਨੌਕਰੀ ਮਿਲ ਜੇ ਅਤੇ ਆਪਾਂ ਕ੍ਰਿਮੀਨਲ ਪ੍ਰੋਸੀਡਿੰਗ ਛੱਡ ਦੀ, ਉਹ ਸਾਡੇ ਕਾਨੂੰਨ 'ਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਵੀ ਤੁਸੀਂ ਕਿਸੇ ਨੂੰ ਲਾਲਚ ਦੇ ਕੇ ਅਤੇ ਉਹ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਉਹਨਾਂ ਨੂੰ ਤੁਸੀਂ ਛੱਡ ਦਿਓ। ਇਹ ਕਰਕੇ ਇੱਥੇ ਦੋਵੇਂ ਕੰਮ ਹੀ ਹੋਣੇ ਚਾਹੀਦੇ, ਕੰਪਨਸੇਸ਼ਨ ਮਿਲਣਾ ਚਾਹੀਦਾ, ਨੌਕਰੀਆਂ ਮਿਲਣੀਆਂ ਚਾਹੀਦੀਆਂ, ਅਤੇ ਦੂਸਰੀ ਸਾਈਡ ਜਿਹੜੀ ਹੈ ਕ੍ਰਿਮੀਨਲ ਕੇਸ 'ਚ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ। ਮੇਰਾ ਆਖਰੀ ਸਵਾਲ,
ਕਿ ਤੁਸੀਂ ਅਕਸਰ ਹੀ ਜੋ ਬਹੁ ਚਰਚਿਤ ਮਾਮਲੇ ਉਹਨਾਂ ਵਿੱਚ ਕੇਸਾਂ ਦੀ ਪੈਰਵੀ ਕਰਦੇ ਹੋ, ਕਿ ਤੁਹਾਨੂੰ ਕਦੀ ਕੋਈ ਇਸ ਤਰ੍ਹਾਂ ਜਾਂ ਪੋਲੀਟੀਕਲ ਜਾਂ ਕੋਈ ਸਿਆਸੀ ਦਬਾਅ ਜਾਂ ਕੋਈ ਹੋਰ ਕਿਸੇ ਪਾਸੇ ਕੋਈ ਦਬਾਅ ਜਾਂ ਧਮਕੀਆਂ ਮਿਲਦੀਆਂ? ਨਹੀਂ ਬਿਲਕੁਲ ਨਹੀਂ ਜੀ, ਅੱਜ ਤੱਕ ਨਹੀਂ ਕਰੀ। ਇਹ ਪ੍ਰਮਾਤਮਾ ਦੀ ਕਿਰਪਾ ਵਾ। ਕਾਫੀ ਵੱਡੇ ਕੇਸ ਯਾਨੀ ਕਿ ਤੁਸੀਂ ਜਿਹੜੇ ਉਠਾਏ ਹਨ ਅਤੇ ਲੋਕਾਂ ਨੂੰ ਇਨਸਾਫ ਵੀ ਦਵਾਇਆ। ਨਹੀਂ ਬਿਲਕੁਲ ਪ੍ਰਮਾਤਮਾ ਦੀ ਕਿਰਪਾ। ਕੋਈ ਕਿਸੇ ਨੇ ਅੱਜ ਤੱਕ ਨਾ ਤਾਂ ਕਿਸੇ ਨੇ ਥ੍ਰੈਟ ਕੀਤਾ, ਨਾ ਕੋਈ ਇਹੋ ਜਿਹਾ ਕੋਈ ਕਿਸੇ ਨੇ ਮੈਸੇਜ। ਸਾਰੇ ਦੋਸਤ ਚੰਗੇ ਆ, ਉਹ ਜਾਣਦੇ ਆ ਵੀ ਇਨਸਾਫ ਲਈ ਲੜੀਦਾ, ਸੱਚ 'ਤੇ ਚੱਲੀਦਾ, ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਅਤੇ ਕਦੀ ਇਹੋ ਜਿਹਾ ਕੋਈ ਪ੍ਰੈਸ਼ਰ ਰੱਖੀਦਾ ਹੀ ਨਹੀਂ ਗਾ। ਚਲੋ ਹੁਣ ਉਮੀਦ ਕੀਤੀ ਜਾ ਸਕਦੀ ਕਿ ਜਿਹੜੇ ਇਸ ਲਈ ਦੋਸ਼ੀ ਸਨ ਇਸ ਰੇਲ ਹਾਦਸੇ ਲਈ, ਉਹਨਾਂ 'ਤੇ ਕੋਈ ਕਾਰਵਾਈ ਹੋਏਗੀ? ਵੇਖੋ ਸਲੋਲੀ ਥੋੜ੍ਹਾ ਹੋਣ ਦਿਆ ਵਾ ਕੰਮ, ਹੌਲੀ ਭਾਵੇਂ ਹੋਣ ਦਿਆ ਵਾ, ਅਤੇ ਮੈਨੂੰ ਲੱਗਦਾ ਇਹਦੇ 'ਚ ਜਿਹੜਾ ਨਿਚੋੜ ਨਿਕਲੂਗਾ ਕੋਈ ਨਾ ਕੋਈ। ਸੋ ਇਹ ਸਨ ਮਨੁੱਖੀ ਅਧਿਕਾਰ ਸੰਸਥਾ ਦੇ ਐਡਵੋਕੇਟ ਸਰਬਜੀਤ ਸਿੰਘ ਵਿਰਕਾ, ਜਿਨ੍ਹਾਂ ਦਾ ਕਹਿਣਾ ਕਿ ਚਾਹੇ ਪ੍ਰੋਸੈਸ ਹੌਲੀ ਚੱਲ ਰਿਹਾ ਹੈ, ਲੇਕਿਨ ਅਖੀਰ ਜੋ ਇਸ ਹਾਦਸੇ ਦੇ ਦੋਸ਼ੀ ਹਨ, ਜਿਨ੍ਹਾਂ ਦੇ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਜਾਂ 58 ਲੋਕਾਂ ਦੀ ਮੌਤ ਗਈ, ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਜ਼ਰੂਰ ਮਿਲੇਗੀ। ਕੈਮਰਾਮੈਨ ਰਾਮ ਸ਼ਰਮਾ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।